हाँ जी प्यारे बच्चों नमस्कार। अज आपां जमात 10वीं विशा पंजाबी कुल्फी कहानी दा सार ते प्रश्न उत्तर करांगे। इस दे कहानीकार दा नां प्रिंसीपल सुजान सिंह है। प्यारे बच्चों सब तो पहला सार शुरू करदे हां। जून दी दुपहरे कहानीकार सुत्ता पिया सी कि बाहरों पहलां कुल्फी वाले दी ते फिर मुरमुरा बेचण वाले दी आवाज़ आई। उस दा छोटा काका उस नूं जगा के टका मंगण लगा, पर महीने दी 26 तरीक होण करके कहानीकार दी जेब खाली सी। कहानीकार ने शामी बाज़ारों कुल्फी खाण दा इकरार करके काके तो पिछा छुड़वाया ते आप घरों निकल गया। शाम नूं जदों ओह घर परतिया तां काके ने कुल्फी खाण लई कहा, पर कहानीकार ने उस नूं दबके नाल चुप कराउंदिਆਂ अगले दिन दा इकरार कर दिता। अगले दिन उसने एक साथी तो 3 रुपए उधार लए, पर ओह घर दियां लोड़ां खातर उसदी पत्नी ने लै लए। काका दोपहर दी नींद लै रिहा सी, पर जागदिਆਂ ही उसने कुल्फी मंगी। कहानीकार ने फिर शाम नूं कुल्फी खाण दा इकरार कर दिता। रात नूं ओह जरा लेट घर परतिया। काका सो चुका सी। अद्धी रात वेले ओह कुल्फी बुड़बड़ाउण लगा। सवेरे उठ के उसने कुल्फी ना मंगी, पर दुपहरे जदों बाहरों कुल्फी वाले दी आवाज़ आई तां ओह खेड़ छड्ड के उधर तुर पिया। कहानीकार भी दब्बे पैरीं उस दे मगर गया। जदों कुल्फी वाला शाहां दे मुंडे नूं कुल्फी दे रिहा सी तां काका उस नूं तुस दे के पै गया, जिस नाल शाहां दा मुंडा नाली विच डिग पिया ते कुल्फी खिलर गई। जदों ओह उठिया तां काके ने उस नूं एक होर ढुੱਡ मारी ते ओह मुड़ नाली विच डिग पिया। जदों सहाई दुआरा उलामा देण ते काके दी मां उस नूं चपेड़ मारन लगी तां कहानीकार ने कहा, कुछ वंड सुदैणे, कायर प्यो दे घर बहादुर मुंडा जम्मिया। नंबर 2 कुल्फी वाले दा होका सुन के लेखक की सोचण लगा। उत्तर कुल्फी वाले दा होका सुन के लेखक दियां अखां साहमणे चिट्टी दुੱਧ कुल्फी नच्चण लग पई। उस दे मूँह विचों पानी आ गया, पर ओह अपनी आर्थिक तंगी करके कुल्फी खरीदण तो असमर्थ सी। ओह सोच रिहा सी कि उस दी तनखाह तां महीने दे पहले 15 दिनां विच ही ਉੱਡ ਪੁੱਡ ਜਾਂਦੀ है। ਉਹ ਪੈਸੇ ਦੀ ਤੰਗੀ ਨੂੰ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਅਨੁਭਵ ਕਰ ਰਿਹਾ ਸੀ। ਪ੍ਰਸ਼ਨ ਨੰਬਰ 3 ਤੁਸੀਂ ਟਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਖੰਘ। ਕਾਕੇ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਸੀ? ਉੱਤਰ ਇਸ ਤੁਕ ਦਾ ਭਾਵ ਸੀ ਕਿ ਉਹ ਜਾਣਦਾ ਹੈ ਕਿ ਉਸ ਦਾ ਪਿਤਾ ਵੱਖਰੇ ਵੱਖਰੇ ਬਹਾਨੇ ਬਣਾ ਕੇ ਉਸ ਨੂੰ ਟਕਾ ਨਹੀਂ ਦੇਣਾ ਚਾਹੁੰਦਾ। ਇਸ ਕਰਕੇ ਜਦੋਂ ਲੇਖਕ ਨੇ ਉਹਨਾਂ ਨੂੰ ਮੁਰਮੁਰਾ ਖਾਣ ਨਾਲ ਖੰਘ ਲੱਗਦੀ ਹੋਣ ਦਾ ਡਰ ਦਿੰਦਾ ਹੈ ਤਾਂ ਕਾਕਾ ਇੱਕਦਮ ਉਸ ਦੀ ਗੱਲ ਰੱਦ ਕਰਦਾ ਹੋਇਆ ਕਹਿੰਦਾ ਹੈ ਕਿ ਉਸ ਨੂੰ ਪਤਾ ਹੈ ਕਿ ਉਸ ਨੂੰ ਮੁਰਮੁਰਾ ਖਾ ਕੇ ਖੰਘ ਨਹੀਂ ਲੱਗਣੀ, ਉਸ ਨੂੰ ਟਕਾ ਦੇਵੇ।
ਨੰਬਰ 4 ਪ੍ਰਸ਼ਨ ਨੰਬਰ 4 ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਹੈ? ਉੱਤਰ, ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਇਹ ਸਪਸ਼ਟ ਕਰਨ ਲਈ ਕਰਦਾ ਹੈ ਕਿ ਪਹਿਲੀ ਸੰਸਾਰ ਜੰਗ ਤੋਂ ਮਗਰੋਂ ਕਿਸ ਤਰ੍ਹਾਂ ਤੇਜ਼ੀ ਨਾਲ ਮਹਿੰਗਾਈ ਵਧੀ ਸੀ। ਪੜ੍ਹੇ ਲਿਖੇ ਲੋਕਾਂ ਦੀ ਤਨਖਾਹ ਜਾਂ ਆਮਦਨ ਜੰਗ ਤੋਂ ਪਹਿਲਾਂ ਦੇ ਘੱਟ ਪੜ੍ਹੇ ਜਾਂ ਅਨਪੜ੍ਹ ਲੋਕਾਂ ਨਾਲੋਂ ਘੱਟ ਸੀ। ਇਸ ਤਰ੍ਹਾਂ ਲੋਕਾਂ ਦਾ ਗੁਜ਼ਾਰਾ ਬਹੁਤ ਔਖਾ ਹੋ ਗਿਆ ਸੀ। ਇਸ ਕਰਕੇ ਇਸ ਦਾ ਕਾਰਨ ਉਹ ਇਹ ਸਮਝਦਾ ਹੈ ਕਿ ਦੇਸ਼ ਦੀ ਆਰਥਿਕਤਾ ਉੱਤੇ ਧਨ ਕੁਬੇਰਾਂ ਦਾ ਕਬਜ਼ਾ ਹੋ ਚੁੱਕਾ ਸੀ। ਪ੍ਰਸ਼ਨ ਨੰਬਰ 5 ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਕਿਉਂ ਸੰਕੋਚ ਕਰ ਰਿਹਾ ਸੀ? ਉੱਤਰ, ਲੇਖਕ ਦੇ ਮਨ ਵਿੱਚ ਆਉਂਦਾ ਸੀ ਕਿ ਉਹ ਆਪਣੇ ਕਾਰੋਬਾਰ ਦੇ ਮਾਲਕ ਨੂੰ ਕਹੇ ਕਿ ਇੰਨੀ ਤਨਖਾਹ ਨਾਲ ਉਸ ਦਾ ਗੁਜ਼ਾਰਾ ਨਹੀਂ ਹੁੰਦਾ, ਪਰ ਉਸ ਨੂੰ ਇਹ ਕੀ ਪਤਾ ਸੀ ਕਿ ਮੁਨਾਫੇਖੋਰ ਮਾਲਕ ਨੇ ਉਸ ਦੀ ਨਹੀਂ ਸੁਣਨੀ। ਨਾਲ ਹੀ ਉਸ ਦੇ ਕਿਸੇ ਸਾਥੀ ਨੇ ਇਸ ਮੰਗ ਲਈ ਉਸ ਦਾ ਸਾਥ ਨਹੀਂ ਦੇਣਾ। ਮੰਗ ਕੀਤਿਆਂ ਕਈ ਵਾਰੀ ਮਾਲਕ ਵੱਲੋਂ ਨੌਕਰੀ ਤੋਂ ਜਵਾਬ ਵੀ ਹੋ ਜਾਂਦਾ ਸੀ। ਇਸ ਕਰਕੇ ਬੇਰੁਜ਼ਗਾਰੀ ਦੀ ਭਿਆਨਕ ਭਵਿੱਖ ਤੋਂ ਡਰਦਾ ਉਹ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਕਰਨ ਤੋਂ ਸੰਕੋਚ ਕਰ ਰਿਹਾ ਸੀ। ਪ੍ਰਸ਼ਨ ਨੰਬਰ 6 ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਹਣ ਤੇ ਕਾਕਾ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ? ਉੱਤਰ, ਜਦੋਂ ਸ਼ਾਹਾਣੀ ਲੇਖਕ ਦੇ ਘਰ ਉਸ ਦੇ ਕਾਕੇ ਦੁਆਰਾ ਉਹਨਾਂ ਦੇ ਮੁੰਡੇ ਤੋਂ ਕੁਲਫੀ ਖੋਹਣ ਲਈ ਢੁੱਡ ਮਾਰਨ ਦਾ ਉਲਾਮਾ ਦੇਣ ਆਈ ਤੇ ਲੇਖਕ ਦੀ ਪਤਨੀ ਨੇ ਕਾਕੇ ਨੂੰ ਮਾਰਨ ਲਈ ਚਪੇੜ ਚੁੱਕੀ ਤਾਂ ਕਹਾਣੀਕਾਰ ਨੇ ਉਸ ਨੂੰ ਕਿਹਾ ਕਿ ਉਹ ਕਾਕੇ ਨੂੰ ਨਾ ਮਾਰੇ, ਸਗੋਂ ਕੁਝ ਵੰਡੇ, ਕਿਉਂਕਿ ਕਾਕੇ ਨੇ ਇਸ ਤਰ੍ਹਾਂ ਕਰਕੇ ਇਹ ਸਿੱਧ ਕੀਤਾ ਹੈ ਕਿ ਭਵਿੱਖ ਵਿੱਚ ਅਮੀਰਾਂ ਤੋਂ ਆਪਣਾ ਹੱਕ ਖੋਹ ਕੇ ਲੈ ਲੈਣਗੇ, ਜਦ ਕਿ ਉਹ ਲੇਖਕ ਆਪਣੇ ਮਾਲਕ ਤੋਂ ਆਪਣੇ ਹੱਕ ਮੰਗਣ ਦਾ ਕਦੀ ਹੌਸਲਾ ਨਹੀਂ ਸੀ ਕਰ ਸਕਿਆ। ਇਸ ਕਰਕੇ ਉਹ ਤਾਂ ਕਾਇਰ ਪਿਓ ਦੇ ਘਰ ਜਨਮਿਆ ਬਹਾਦਰ ਪੁੱਤਰ ਹੈ। ਪ੍ਰਸ਼ਨ ਨੰਬਰ 7 ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਸੀ? ਉੱਤਰ, ਕਾਕਾ ਸੁਪਨੇ ਵਿੱਚ ਇਸ ਕਰਕੇ ਬੁੜਬੁੜਾ ਰਿਹਾ ਸੀ ਕਿਉਂਕਿ ਭਾਵੇਂ ਉਹ ਸੁੱਤਾ ਪਿਆ ਸੀ, ਪਰ ਉਸ ਦੇ ਅਚੇਤ ਮਨ ਉੱਤੇ ਉਸ ਦੀ ਕੁਲਫੀ ਖਾਣ ਦੀ ਅਪੂਰਤ ਇੱਛਾ ਹੀ ਭਾਰੂ ਸੀ। ਭਾਵੇਂ ਉਹ ਸੁੱਤਾ ਪਿਆ ਸੀ, ਪਰ ਸੁੱਤੇ ਪਿਆ ਉਸ ਦਾ ਅਚੇਤ ਮਨ ਜਾਗ ਰਿਹਾ ਸੀ ਤੇ ਉਸ ਦਾ ਪ੍ਰਗਟਾਵਾ ਉਸ ਦੇ ਬੁੜਬੁੜਾਉਣ ਰਾਹੀਂ ਹੋ ਰਿਹਾ ਸੀ। ਪ੍ਰਸ਼ਨ ਨੰਬਰ 8 ਲੇਖਕ ਕੁਲਫੀ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਉੱਤਰ, ਕਹਾਣੀਕਾਰ ਇਸ ਕਹਾਣੀ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਕਿਰਤੀ ਜੋ ਕਿ ਹਰ ਸਮੇਂ ਆਰਥਿਕ ਮੁਸ਼ਕਲਾਂ ਵਿੱਚ ਘਿਰਿਆ ਰਹਿੰਦਾ ਹੈ, ਉਸ ਦੀਆਂ ਮੁਸ਼ਕਲਾਂ ਦਾ ਹੱਲ ਸਰਮਾਏਦਾਰ ਕੋਲੋਂ ਧਨ ਤੇ ਜਾਇਦਾਦ ਖੋਹ ਲੈਣ ਨਾਲ ਹੀ ਹੋ ਸਕਦਾ ਹੈ। ਜਿਸ ਤਰ੍ਹਾਂ ਕਹਾਣੀਕਾਰ ਦਾ ਪੁੱਤਰ ਸ਼ਾਹਾਂ ਦੀ ਮੁੰਡੇ ਨੂੰ ਧੱਕਾ ਮਾਰ ਕੇ ਉਸ ਪਾਸੋਂ ਕੁਲਫੀ ਖੋਹਣ ਦਾ ਕਰਦਾ ਹੈ, ਇਸ ਪ੍ਰਕਾਰ ਇਸ ਕਹਾਣੀ ਦਾ ਸੰਦੇਸ਼ ਅਗਾਂਹ ਵਧੂ ਤੇ ਕ੍ਰਾਂਤੀਕਾਰੀ ਭਾਵਨਾ ਵਾਲਾ ਹੈ।
ਵਸਤੂਨਿਸ਼ਟ ਉੱਤਰਾਂ ਵਾਲੇ। ਪ੍ਰਸ਼ਨ ਨੰਬਰ 1, ਕੁਲਫੀ ਕਹਾਣੀ ਦਾ ਲੇਖਕ ਕੌਣ ਹੈ? ਉੱਤਰ ਪ੍ਰਿੰਸੀਪਲ ਸੁਜਾਨ ਸਿੰਘ। ਪ੍ਰਸ਼ਨ ਨੰਬਰ 2, ਕੁਲਫੀ ਕਹਾਣੀ ਦੀ ਘਟਨਾ ਕਿਹੜੇ ਮਹੀਨੇ ਵਿੱਚ ਵਾਪਰਦੀ ਹੈ? ਉੱਤਰ ਜੂਨ ਵਿੱਚ। ਪ੍ਰਸ਼ਨ ਨੰਬਰ 3, ਕਾਕੇ ਨੇ ਲੇਖਕ ਨੂੰ ਜਗਾ ਕੇ ਕੀ ਮੰਗਿਆ? ਉੱਤਰ ਟਕਾ। ਪ੍ਰਸ਼ਨ ਨੰਬਰ 4, ਕੁਲਫੀ ਕਹਾਣੀ ਦੀ ਪਹਿਲੀ ਘਟਨਾ ਜੂਨ ਮਹੀਨੇ ਦੀ ਕਿਸ ਤਰੀਕ ਨੂੰ ਵਾਪਰਦੀ ਹੈ? ਉੱਤਰ 26 ਤਰੀਕ। ਪ੍ਰਸ਼ਨ ਨੰਬਰ 5, ਲੇਖਕ ਨੂੰ ਆਪਣਾ ਹਿੱਸਾ ਕਿੱਤੇ ਸਾਥੀ ਤੋਂ ਕਿੰਨੇ ਰੁਪਏ ਲਏ? ਉੱਤਰ 3। ਧੰਨਵਾਦ।